ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਖਬਰ ਇਹ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚੰਨੀ ਸਰਕਾਰ ਨੂੰ ਜਾਨੀ ਕਿ ਖਾਸ ਤੌਰ ਤੇ ਚੰਨੀ ਜੀ ਨੂੰ ਇੱਕ ਸਪੈਸ਼ਲ ਨਸੀਹਤ ਦਿੱਤੀ ਗਈ ਹੈ ਕੋਲੇ ਦੀ ਸੰਕਟ ਨੂੰ ਲੈ ਕੇ, ਬਿਜਲੀ ਦੇ ਸੰਕਟ ਨੂੰ ਲੈ ਕੇ। ਕੀ ਹੈ ਉਹ ਨਸੀਹਤ, ਇਸ ਬਾਰੇ ਗੱਲਬਾਤ ਕਰਾਂਗੇ ਟਰਾਂਸਪੋਰਟ ਮੰਤਰੀ, ਨਵੇਂ ਬਣੇ ਟਰਾਂਸਪੋਰਟ ਮੰਤਰੀ ਨੇ ਟਰਾਂਸਪੋਰਟ ਮਾਫੀਆ ਦੇ ਉੱਪਰ ਕਹਿਰ ਢਾ ਰੱਖਿਆ। ਕਿਸ ਤਰ੍ਹਾਂ ਦੀ ਵੱਡੀ ਕਾਰਵਾਈ ਕੀਤੀ ਹੈ ਹੁਣ ਤੱਕ ਦੀ, ਬਹੁਤ ਵੱਡੀ ਕਾਰਵਾਈ ਟਰਾਂਸਪੋਰਟ ਮਾਫੀਆ ਦੇ ਉੱਪਰ ਟਰਾਂਸਪੋਰਟ ਮਿਨਿਸਟਰ ਦੇ ਵੱਲੋਂ ਕੀ ਕਾਰਵਾਈ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ 16 ਅਕਤੂਬਰ ਨੂੰ ਹੋਣ ਵਾਲੀ ਸੀਵੀਸੀ ਦੀ ਬੈਠਕ ਦੀ, ਜਿਸ ਦੇ ਵਿੱਚ ਕੀ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਕੀ ਹੋਏਗਾ ਝਟਕਾ, ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅਣਖੀ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ, ਜੋ ਕਿ ਇੱਕ ਉੱਘੇ ਤੇ ਸਿਆਣੇ ਸਿਆਸਤਦਾਨ ਨੇ। ਹੁਣ ਉਹਨਾਂ ਨੇ ਸਰਕਾਰ ਨੂੰ, ਜਿੱਥੇ ਕਿ ਉਹਨਾਂ ਦੀ ਡਿਊਟੀ ਸਿਰਫ ਔਰ ਸਿਰਫ ਕਾਂਗਰਸ ਪਾਰਟੀ ਨੂੰ ਚਲਾਉਣ ਦੀ ਹੈ, ਕਿਉਂਕਿ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨੇ, ਉੱਥੇ ਉਹਨਾਂ ਨੇ ਹੁਣ ਸਰਕਾਰ ਨੂੰ ਇੱਕ ਵੱਡੀ ਨਸੀਹਤ ਦਿੱਤੀ ਹੈ। ਕਿਉਂਕਿ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਕੋਲੇ ਦੀ ਘਾਟ ਦੇ ਕਾਰਨ ਪੰਜਾਬ ਦੇ ਵਿੱਚ ਬਿਜਲੀ ਸੰਕਟ ਆਇਆ ਹੋਇਆ ਹੈ, ਸੋ ਉਹਨਾਂ ਨੇ ਇੱਕ ਵੱਡੀ ਨਸੀਹਤ ਦਿੱਤੀ ਹੈ ਸਰਕਾਰ ਨੂੰ ਵੀ ਕੋਲੇ ਨੂੰ ਲੈ ਕੇ ਕਿਵੇਂ ਪ੍ਰਬੰਧ ਕਰਨੇ ਚਾਹੀਦੇ ਨੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈਗੀ ਪ੍ਰਾਈਵੇਟ ਉਹਨਾਂ ਥਰਮਲ ਪਲਾਂਟਾਂ ਦੇ ਉੱਪਰ ਜਿਨ੍ਹਾਂ ਤੋਂ ਬਿਜਲੀ ਲਈ ਜਾ ਰਹੀ ਹੈ। ਕਿਵੇਂ ਦੇਖ ਰਹੇ ਹੋ, ਕਿਸ ਤਰ੍ਹਾਂ ਦੀ ਨਸੀਹਤ ਆ ਉਹ? ਦੇਖੋ ਆਪਣੇ ਮਾਨ ਸਾਹਿਬ, ਜਿਸ ਤਰੀਕੇ ਨਾਲ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਅੰਦਰ ਬਿਜਲੀ ਸੰਕਟ ਜਿਹੜਾ ਛਾਇਆ ਹੋਇਆ ਔਰ ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਜਿਹੜੇ ਕੋਲਾ ਆ ਉਹ ਖਤਮ ਹੋ ਗਿਆ। ਪੰਜਾਬ ਸਰਕਾਰ ਨੂੰ ਜਾਂ ਪੰਜਾਬ ਸਟੇਟ ਨੂੰ ਜਿਹੜੇ ਥਰਮਲ ਪਲਾਂਟ ਨੇ ਜਿਹੜੇ ਬਿਜਲੀ ਦਿੰਦੇ ਨੇ ਉਹਨਾਂ ਕੋਲ ਕੇਵਲ 2 ਜਾਂ 3 ਦਿਨ ਦਾ ਜਿਹੜਾ ਕੋਲਾ ਬਾਕੀ ਬਚਿਆ। ਹੁਣ ਇਹ ਸੰਕਟ ਜਿਹੜਾ ਦਿੱਲੀ ਦੇ ਵਿੱਚ ਵੀ ਆ, ਪੰਜਾਬ ਦੇ ਵਿੱਚ ਵੀ ਹੈ, ਤਾਂ ਇਹੋ ਜਿਹੇ ਸਾਰੇ ਦੌਰ ਦੇ ਵਿੱਚ ਇੱਕ ਨਵਜੋਤ ਸਿੱਧੂ ਦਾ ਟਵੀਟ ਆਉਂਦਾ ਕਿ ਪੰਜਾਬ ਸਰਕਾਰ ਨੂੰ ਇਸ ਵੇਲੇ ਰਿਪੇਅਰ ਕਰਨ ਦੀ, ਮੁਰੰਮਤ ਕਰਨ ਦੀ ਜਾਂ ਲੋੜ ਕਰਨ ਦੀ ਮੁਰੰਮਤ ਕਰਨ ਦੀ ਲੋੜ ਨਹੀਂ, ਪਛਤਾਵੇ ਦੀ ਲੋੜ ਨਹੀਂ ਆ, ਬਲਕਿ ਇੱਕ ਰਣਨੀਤੀ ਬਣਾਉਣ ਦੀ ਲੋੜ ਆ। ਇਹਦੇ ਉੱਤੇ ਧਿਆਨ ਇਸ ਦੀ ਤਿਆਰੀ ਜਿਹੜੀ ਆ ਉਹ ਕਿਵੇਂ ਕਰਨੀ ਹੈ। ਸੋ ਕਹਿਣ ਦਾ ਅਰਥ ਹੈ ਕਿ ਜਿਸ ਤਰੀਕੇ ਦੇ ਨਾਲ ਕਿ ਬੀਤੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਇਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਥਰਮਲ ਪਲਾਂਟ ਨੇ ਜਿਨ੍ਹਾਂ ਨਾਲ ਸਮਝੌਤਾ ਹੋਇਆ, ਉਹਨਾਂ ਨੇ ਇੱਕ ਸ਼ਰਤਾਂ, ਨਿੱਜੀ ਸ਼ਰਤਾਂ ਦੇ ਅਨੁਸਾਰ 30 ਦਿਨ ਦਾ ਜਿਹੜਾ ਕੋਲਾ ਆ ਆਪਣੇ ਕੋਲ ਰਿਜ਼ਰਵ ਜਿਹੜਾ ਰੱਖਣਾ ਹੁੰਦਾ, ਤੇ ਜੇਕਰ ਉਹ ਨਹੀਂ ਰੱਖਦੀਆਂ ਨਿੱਜੀ ਕੰਪਨੀ ਜਿਹੜੀਆਂ ਪ੍ਰਾਈਵੇਟ ਥਰਮਲ ਪਲਾਂਟ ਨੇ ਸਮਝੌਤੇ ਦੇ ਅਨੁਸਾਰ ਕਿ 30 ਦਿਨ ਦਾ ਕੋਲਾ ਉਹਨਾਂ ਕੋਲ ਐਡਵਾਂਸ ਹੋਣਾ ਚਾਹੀਦਾ, ਤੇ ਕੁਦਰਤੀ ਤੌਰ ਤੇ ਸਰਕਾਰ ਉਹਨਾਂ ਦੇ ਖਿਲਾਫ ਐਕਸ਼ਨ ਲੈ ਸਕਦੀ ਆ ਜਿਨ੍ਹਾਂ ਕਾਰਨ ਘਰੇਲੂ ਖਪਤਕਾਰ ਜਿਹੜੇ ਨੇ ਪਰੇਸ਼ਾਨੀ ਦਾ ਸਬੱਬ ਚੱਲ ਰਹੇ ਨੇ ਜਾਂ ਪਰੇਸ਼ਾਨੀ ਚੱਲ ਰਹੇ ਨੇ। ਤਾਂ ਉਹਨਾਂ ਘਰੇਲੂ ਖਪਤਕਾਰਾਂ ਨੂੰ ਆਈ ਪਰੇਸ਼ਾਨੀ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਕੰਪਨੀਆਂ ਨੇ ਆਪਣੇ ਉਹ ਸ਼ਰਤਾਂ ਜਿਹੜੇ ਸਮਝੌਤੇ ਕੀਤੇ ਸੀ ਜਿਨ੍ਹਾਂ ਵਿੱਚ 30 ਦਿਨ ਦਾ ਕੋਲਾ ਇਹਨਾਂ ਨੇ ਆਪਣੇ ਕੋਲ ਰੱਖਣਾ ਸੀ, ਅਗਰ ਨਹੀਂ ਰੱਖਿਆ ਤਾਂ ਸਿੱਧੇ ਤੌਰ ਤੇ ਇਹ ਡਿਫਾਲਟਰ ਬਣਦੇ ਨੇ ਤੇ ਸਰਕਾਰ ਇਹਨਾਂ ਖਿਲਾਫ ਜਿਹੜੀ ਆ ਕੋਈ ਵੀ ਜਿਹੜੀ ਕਾਰਵਾਈ ਆ ਉਹ ਕਰ ਸਕਦੀ ਆ। ਤਾਂ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਹੀ ਸੋਲਰ ਜਿਹੜੇ ਸਮਝੌਤੇ ਹੋਏ ਸੀ, ਸੋਲਰ ਪਾਵਰ ਪਲਾਂਟ ਜਿਹੜੇ ਉਹ ਸ਼ਰਤਾਂ ਦੇ ਗ੍ਰਿਡ ਨਾਲ ਲਾ ਲੈਣੇ ਚਾਹੀਦੇ ਆ। ਹੁਣ ਕਹਿਣ ਦਾ ਅਰਥ ਹੈ ਕਿ ਨਵਜੋਤ ਸਿੱਧੂ ਨੇ ਇਸ ਸੰਦਰਭ ਦੇ ਵਿੱਚ ਜਿਹੜਾ ਟਵੀਟ ਕੀਤਾ ਬਿਜਲੀ ਸਮਝੌਤਿਆਂ ਦੇ ਸੰਬੰਧ 'ਚ ਕੀਤਾ, ਕਿਉਂਕਿ ਬਿਜਲੀ ਸਮਝੌਤੇ ਜਾਂ ਬਿਜਲੀ ਪੀਪੀ ਜਿਹੜੇ ਐਕਟ ਨੇ ਬੜੇ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਉਹ ਬਣੇ ਹੋਏ ਨੇ। ਤਾਂ ਉਹਨਾਂ ਵਾਦ ਵਿਵਾਦਾਂ ਦਾ ਵਿਸ਼ਾ ਬਣਨ ਕਰਕੇ ਇਹ ਜਿਹੜੀ ਸਥਿਤੀ ਹੈ ਇਹ ਬੜੀ ਚਿੰਤਾਜਨਕ ਜਿਹੜੀ ਬਣੀ ਸੀ। ਤਾਂ ਕੋਈ ਕੁਝ ਕਹਿ ਰਿਹਾ ਸੀ ਕੋਈ ਇੱਕ ਕੋਲੇ ਦਾ ਸੰਕਟ, ਕਿਉਂਕਿ ਕੇਂਦਰੀ ਗ੍ਰਹਿ ਜਿਹੜਾ ਮੰਤਰੀ ਹੈ ਕੋਲੇ, ਉਹ ਕਹਿੰਦਾ ਕੋਲੇ ਦੀ ਸਾਡੇ ਕੋਲ ਕਮੀ ਨਹੀਂ। ਫਿਰ ਇਹੋ ਜਿਹੀਆਂ ਸਾਰੀਆਂ ਸਥਿਤੀਆਂ ਦੇ ਵਿੱਚ ਨਵਜੋਤ ਸਿੱਧੂ ਦਾ ਇਹ ਜਿਹੜਾ ਬਿਆਨ ਆ ਬੜਾ ਮਹੱਤਵਪੂਰਨ ਹੈ ਕਿ ਠੀਕ ਆ ਕੋਲੇ ਦੀ ਕਮੀ ਹੈਗੀ ਹੈ, ਨਹੀਂ ਹੈਗੀ, ਇਹ ਜ਼ਿੰਮੇਵਾਰੀ ਜਿਹੜੀ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ, ਲੋਕਾਂ ਦੀ ਜ਼ਿੰਮੇਵਾਰੀ, ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਬਲਕਿ ਇਹ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਹਨਾਂ ਕੰਪਨੀਆਂ ਦੀ ਬਣਦੀ ਹੈ ਜਿਨ੍ਹਾਂ ਨੇ ਸਮਝੌਤੇ ਕੀਤੇ ਆ। ਤੇ ਜੇਕਰ ਹੁਣ ਉਹ ਬਿਜਲੀ ਕੰਪਨੀਆਂ ਇਹਨਾਂ ਸਮਝੌਤਿਆਂ ਦੇ ਖਰਾ ਨਹੀਂ ਉਤਰਦੀਆਂ ਕਿਸੇ ਵੀ ਸਥਿਤੀ ਦੇ ਵਿੱਚ, ਤਾਂ ਠੀਕ ਹੈ ਸਰਕਾਰ ਉਹਨਾਂ ਖਿਲਾਫ ਕਾਰਵਾਈ ਕਰ ਸਕਦੀ ਹੈ, ਉਹਨਾਂ ਵਿਰੁੱਧ ਕਿਸੇ ਵੀ ਤਰੀਕੇ ਦਾ ਐਕਸ਼ਨ ਜਿਹੜਾ ਉਹ ਲੈ ਸਕਦੀ। ਤੇ ਸਰਕਾਰ ਨੂੰ ਨਵਜੋਤ ਸਿੱਧੂ ਨੇ ਇਹ ਕਿਸਮ ਦਾ ਗੇਮ ਜਿਹੜੀ ਹੈ ਸਰਕਾਰ ਦੇ ਪਲ 'ਚ ਸੁੱਟੀ ਆ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਬਿਜਲੀ ਸਮਝੌਤੇ ਰੱਦ ਨਹੀਂ ਹੋ ਸਕਦੇ, ਹੁਣ ਤੁਹਾਡੇ ਕੋਲ ਬੜੀ ਤਗੜੀ ਪਲੀ ਹੈ, ਤੁਸੀਂ ਸਮਝੌਤੇ ਰੱਦ ਕਰੋ। ਕਿਉਂਕਿ ਇਹਨਾਂ ਸਮਝੌਤਿਆਂ ਦੇ ਵਿੱਚ ਇਹ ਵੀ ਹੈਗਾ ਕਿ ਜੇਕਰ ਸਰਕਾਰ ਜਿਹੜੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਉਹਨਾਂ ਕੋਲ ਬਿਜਲੀ ਖਰੀਦਦੀ ਹੈ ਜਾਂ ਨਹੀਂ ਖਰੀਦਦੀ, ਤਾਂ ਫਿਰ ਵੀ ਉਹਨਾਂ ਨੂੰ ਜਿਹੜੀ ਫੁੱਲ ਪੇਮੈਂਟ ਆ ਉਹ ਉਹਨਾਂ ਨੂੰ ਕਰਨੀ ਪੈਂਦੀ ਹੈ। ਤਾਂ ਜੇਕਰ ਕੰਪਨੀਆਂ ਸਰਕਾਰ ਨੂੰ ਇਹੋ ਜਿਹੇ ਖਾਤੇ 'ਚ ਫਸਾ ਸਕਦੀਆਂ ਨੇ ਕਿ ਬਿਨਾਂ ਕਿਸੇ ਬਿਜਲੀ ਖਰੀਦਿਆਂ ਵੀ ਸਰਕਾਰ ਨੂੰ ਫੁੱਲ ਪੇਮੈਂਟ ਜਿਹੜੀ ਆ ਲੋਕਾਂ ਦੇ ਟੈਕਸ ਦੇ ਰੂਪ 'ਚ ਦਿੱਤੇ ਪੈਸੇ ਇਹਨਾਂ ਕੰਪਨੀਆਂ ਨੂੰ ਅਦਾ ਕਰਨੇ ਪੈਂਦੇ ਆ, ਤਾਂ ਫਿਰ ਇਹੋ ਜਿਹੀ ਸਥਿਤੀ ਦੇ ਵਿੱਚ ਜਦੋਂ ਹੁਣ ਪੰਜਾਬ 'ਚ ਹੋਰ ਸੰਕਟ 'ਚ ਆਇਆ, ਇਹਦੇ ਵਾਸਤੇ ਲੋਕ ਜ਼ਿੰਮੇਵਾਰ ਨਹੀਂ ਆ, ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਨਹੀਂ ਆ, ਇਹਦੇ ਵਾਸਤੇ ਉਹ ਕੰਪਨੀਆਂ ਜ਼ਿੰਮੇਵਾਰ ਨੇ ਜਿਨ੍ਹਾਂ ਦੇ ਪ੍ਰਾਈਵੇਟ ਥਰਮਲ ਪਲਾਂਟ ਚੱਲ ਰਹੇ ਜਿਹੜੇ ਬਿਜਲੀ ਦੇ ਰਹੇ ਆ। ਉਹਨਾਂ ਨੇ 30 ਦਿਨ ਦਾ ਕੋਲਾ ਕਿਉਂ ਨਹੀਂ ਰੱਖਿਆ
ਕਿਉਂਕਿ ਇਹ ਸ਼ਰਤਾਂ ਦੇ ਅਨੁਸਾਰ 30 ਦਿਨ ਦਾ ਕੋਲਾ ਉਹਨਾਂ ਨੂੰ ਆਪਣੇ ਕੋਲ ਰਿਜ਼ਰਵ ਰੱਖਣਾ ਚਾਹੀਦਾ, ਤੇ ਜੇ ਨਹੀਂ ਰੱਖਿਆ ਤਾਂ ਫਿਰ ਕੁਦਰਤੀ ਤੌਰ ਤੇ ਸਰਕਾਰ ਉਹਨਾਂ ਵਿਰੁੱਧ ਕੋਈ ਵੀ ਕਾਰਵਾਈ ਕਰਨ ਦੇ ਸਮਰੱਥ ਆ, ਉਹ ਸਰਕਾਰ ਕਾਰਵਾਈ ਕਰ ਸਕਦੀ ਹੈ। ਸੋ ਨਵਜੋਤ ਸਿੱਧੂ ਦਾ ਇਹ ਜਿਹੜਾ ਬਿਆਨ ਆ ਬਿਜਲੀ ਸਮਝੌਤਿਆਂ ਦੇ ਸੰਬੰਧ ਵਿੱਚ ਬਹੁਤ ਮਹੱਤਵਪੂਰਨ ਆ, ਕਿਉਂਕਿ ਬੀਤੇ ਲੰਮੇ ਸਮੇਂ ਤੋਂ ਜਿਹੜੇ ਬਿਜਲੀ ਸਮਝੌਤੇ ਨੇ ਇਹ ਬੜੇ ਚਰਚਾ ਦਾ ਵਿਸ਼ਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਰਹੇ ਕਿ ਅਸੀਂ ਇਹ ਰੱਦ ਕਰਾਂਗੇ, ਪਰ ਰੱਦ ਨਹੀਂ ਕੀਤੀ। ਬਾਅਦ 'ਚ ਉਹਨਾਂ ਨੇ ਕਿਹਾ ਸੀ 122 ਸਮਝੌਤੇ ਨੇ, ਜਿਨ੍ਹਾਂ 'ਚੋਂ 3 ਹੋ ਸਕਦਾ ਤੁਸੀਂ 3 ਹੀ ਕਰ ਦਿਓ। ਤਾਂ ਹੁਣ ਜਿਹੜੀ ਸਥਿਤੀ ਆ ਹੁਣ ਬੜੀ ਮਹੱਤਵਪੂਰਨ ਸਥਿਤੀ ਆ। ਹੁਣ ਸਰਕਾਰ ਕੋਲ ਇੱਕ ਅਹਿਮ ਮੁੱਦਾ ਜਿਹੜਾ ਉਹਨਾਂ ਕੋਲ ਹੈਗਾ, ਔਰ ਸਰਕਾਰ ਕੋਈ ਵੀ ਕਾਰਵਾਈ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਇਹ ਕਰ ਸਕਦੀ ਹੈ। ਤਾਂ ਨਵਜੋਤ ਸਿੱਧੂ ਨੇ ਸਰਕਾਰ ਤੇ ਗੇਂਦ 'ਚ ਪਾੜੇ ਸੁੱਟਦੇ ਆ, ਗੇਂਦ ਨੂੰ ਸਰਕਾਰ ਦੇ ਪਾੜੇ 'ਚ ਸੁੱਟਿਆ, ਸਰਕਾਰ ਨੂੰ ਕੇਵਲ ਸੁਚੇਤ ਕੀਤਾ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਇੱਦਾਂ ਕਰੋ, ਤੁਹਾਨੂੰ ਇਹ ਨਹੀਂ ਪਛਤਾਵਾ ਕਰਨਾ ਚਾਹੀਦਾ ਕਿ ਹੁਣ ਕੀ ਹੋਣਾ ਚਾਹੀਦਾ, ਸੋਚਣ ਕਿ ਤੁਸੀਂ ਇਹਨਾਂ ਤੇ ਨਿਗਰਾਨੀ ਕਰੋ ਕਿ ਜਿਹੜੇ ਸਮਝੌਤੇ ਜਿਹੜੇ ਤੁਸੀਂ ਕੀਤੇ ਨੇ। ਸੋ ਨਵਜੋਤ ਸਿੱਧੂ ਨੇ ਬੜੀ ਸਮਝਦਾਰੀ ਵਾਲੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਠੀਕ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤਾਂ ਹੈਗਾ, ਪਰ ਇਹਦੇ ਬਾਵਜੂਦ ਉਹ ਐਮਐਲਏ ਵੀ ਆ, ਵਿਧਾਇਕ ਵੀ ਆ, ਔਰ ਇਹਦੇ ਨਾਲ ਹੀ ਨਾਲ ਪਿਛਲੇ ਸਮੇਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਾਣਾ ਸੀ ਤਾਂ ਉਹਦੇ ਵਿੱਚ ਉਸਦੇ ਇਹਨਾਂ ਬਿਜਲੀ ਮੁੱਦਿਆਂ ਨੂੰ ਲੈ ਕੇ ਅਹਿਮ ਭੂਮਿਕਾ ਜਿਹੜੀ ਰਹੀ ਹੈ। ਸਮੇਂ ਸਮੇਂ ਤੇ ਉਹਨੂੰ ਸਵਾਲ ਉਠਾਏ ਜਾਂਦੇ ਰਹੇ ਆ, ਤੇ ਸੋ ਉਹਨਾਂ ਸਵਾਲਾਂ ਦੇ ਅੰਤਰਗਤ ਹੀ ਇਹ ਸਵਾਲ ਜਿਹੜਾ ਨਵਜੋਤ ਸਿੱਧੂ ਦਾ ਹੁਣ ਪ੍ਰਾਈਵੇਟ ਕੰਪਨੀਆਂ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਉਹਨਾਂ ਨੂੰ ਘੇਰੇ 'ਚ ਲੈਂਦਾ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਕਿਸ ਤਰੀਕੇ ਦਾ ਜਿਹੜਾ ਧੋਖਾ ਕੀਤਾ, ਔਰ ਜਿਹੜਾ ਸੰਕਟ ਜਿਹੜਾ ਪੰਜਾਬ ਦੇ ਲੋਕਾਂ ਨੂੰ ਭੋਗਣਾ ਪੈ ਰਿਹਾ, ਜਦੋਂ ਕਿ ਨਾ ਤਾਂ ਇਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਇਸ ਤਰੀਕੇ ਨਾਲ ਨਵਜੋਤ ਸਿੱਧੂ ਇਹਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਸਿੱਧਾ ਘੇਰੇ ਵਿੱਚ ਲਿਆ ਕੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਜਿਹੜੀ ਮੰਗ ਕਰਿਆ। ਹੁਣ ਸਰਕਾਰ ਦੀ ਇਮਾਨਦਾਰੀ ਤੇ ਸਰਕਾਰ ਦੀ ਨੀਅਤ ਵੇਖਣੀ ਕਿ ਕਿੱਥੋਂ ਤੱਕ ਇਸ ਦੇ ਖਿਲਾਫ ਨਵਜੋਤ ਸਿੱਧੂ ਨਾਲ ਸਹਿਮਤ ਹੁੰਦੀ ਹੈ ਔਰ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਖਿਲਾਫ ਕਾਰਵਾਈ ਕਰਦੀ ਹੈ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਜੀ ਮਾਨ ਸਾਹਿਬ। ਜੀ ਬਿਲकुल जी, बहुत अच्छी नसीहत दी उन्होंने, लेकिन सर गल ये है भी ਜਿਹੜੀ ਸਰਕਾਰ ਆ ਉਹ ਕੀ ਨਿਗਰਾਨੀ ਨਹੀਂ ਕਰਦੀ ਥਰਮਲ ਪਲਾਂਟਾਂ ਦੇ ਉੱਪਰ ਵੀ ਕਿੰਨਾ ਇਹਨਾਂ ਕੋਲ ਕੋਲਾ ਬਚ ਗਿਆ ਜਾਂ ਨਹੀਂ ਬਚ ਗਿਆ। ਇਹ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ, ਮਤਲਬ ਕਿ ਉਹ ਕਦੇ ਵੀ ਬਲੈਕਆਊਟ ਦੇ ਸਕਦੇ ਪੰਜਾਬ ਦੇ ਵਿੱਚ, ਇਹਦਾ ਮਤਲਬ ਇਹ ਹੋਇਆ ਜੀ। ਦੇਖੋ ਸਰਕਾਰ ਜਿਹੜੀ ਪੰਜਾਬ 'ਚ ਸਰਕਾਰ ਆ ਪਿਛਲੇ ਅਗਰ ਵੇਖਿਆ ਜਾਏ ਤਾਂ 9 ਅਪ੍ਰੈਲ ਤੋਂ ਸਰਕਾਰ ਹੈ ਕਿੱਥੇ ਹੈ ਪੰਜਾਬ 'ਚ। 9 ਅਪ੍ਰੈਲ ਤੋਂ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਹੈ ਕਿੱਥੇ, ਕਿਹੜੇ ਕੰਮ ਜਿਹੜੇ ਨੇ ਸਰਕਾਰ ਦੁਆਰਾ ਜਿਹੜੇ ਕੀਤੇ ਜਾਂਦੇ, ਕੋਈ ਕੰਮ ਨਹੀਂ। ਸਿਰਫ ਇਹ ਜ਼ਰੂਰ ਹੋਇਆ ਕਿ ਮੁੱਖ ਮੰਤਰੀ ਇੱਕ ਜ਼ਰੂਰ ਬਦਲਿਆ ਗਿਆ, ਕਾਂਗਰਸ ਹਾਈਕਮਾਂਡ ਜ਼ਰੂਰ ਇੱਥੋਂ ਬੰਦੇ ਸਾਧਦੀ ਰਹੀ ਹੈ, ਉੱਥੇ ਜਾ ਕੇ ਖੜਗੇ ਕਮੇਟੀ ਦੇ ਸਾਹਮਣੇ ਪੇਸ਼ ਹੁੰਦੇ ਰਹੇ ਨੇ। ਕਦੀ ਐਮਐਲਏ 40 ਚੱਲ ਜਾਂਦੇ ਰਹੇ ਨੇ, ਕਦੀ 4 ਚਲੇ ਜਾਂਦੇ ਰਹੇ ਨੇ, ਕਦੀ 3 ਚੱਲਦੇ। 9 ਅਪ੍ਰੈਲ ਤੋਂ ਬਾਅਦ ਔਰ ਅੱਜ 10 ਅਕਤੂਬਰ 11 ਅਕਤੂਬਰ ਹੋ ਗਈ ਨੇ। 11 ਅਕਤੂਬਰ 'ਚ ਮੈਨੂੰ ਦੱਸ ਦਿਓ ਕਿ ਪੰਜਾਬ ਦੇ ਲੋਕਾਂ ਦਾ ਕੋਈ ਇੱਕ ਵੀ ਕੰਮ ਹੋਇਆ ਹੋਵੇ, ਕੋਈ ਇੱਕ ਵੀ ਲੋਕ ਮੁੱਦੇ ਹੱਲ ਹੋਏ। ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਇਆ ਗਿਆ ਸੀ, ਉਹ ਮੁੱਦੇ ਵੀ ਅਜੇ ਤੱਕ ਜਿਉਂਦੇ ਤਿਉਂ ਨੇ। ਸਭ ਕੁਝ ਹਾਂ, ਮੁੱਖ ਮੰਤਰੀ ਇੱਕ ਨਵਾਂ ਗਿਆ, ਇੱਕ ਟੀਮ ਨਵੀਂ ਆ ਗਈ, ਉਹਦੇ ਲਖੀਮਪੁਰ ਖੀਰੀ ਦਾ ਜਿਹੜਾ ਰਖਾਂਤ ਵਾਪਰ ਗਿਆ, ਸਾਰੇ ਲੋਕਾਂ ਦਾ ਧਿਆਨ ਜਿਹੜਾ ਦੂਜੇ ਪਾਸੇ ਚਲਾ ਗਿਆ। ਸੋ ਇਹਨਾਂ ਸਾਰੀ ਸਥਿਤੀ 'ਚ ਕੰਮ ਹੋਏਗੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਤਾਂ ਬਹੁਤ ਬਣਦੀ ਹੈ। ਠੀਕ ਆ, ਮੰਤਰੀ ਨਹੀਂ, ਪਰ ਪ੍ਰਸ਼ਾਸਨਿਕ ਅਧਿਕਾਰੀ ਤਾਂ ਜਿਹੜੇ ਉਹ ਹਨ ਜਿਨ੍ਹਾਂ ਨੇ ਕੋਲਾ ਵੇਖਣਾ ਹੁੰਦਾ, ਇਹ ਯਾਦ ਕਰਾਉਣਾ ਹੁੰਦਾ। ਜੇਕਰ ਨਵਜੋਤ ਸਿੱਧੂ ਬਤੌਰ ਕਾਂਗਰਸ ਦੇ ਪ੍ਰਧਾਨ ਇਸ ਗੱਲ ਨੂੰ ਉਹ ਜਾਣਦੇ ਆ ਕਿ ਪ੍ਰਾਈਵੇਟ ਕੰਪਨੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ 30 ਦਿਨਾਂ ਦਾ ਕੋਲਾ ਉਹਨਾਂ ਦਾ ਰਿਜ਼ਰਵ ਰੱਖਣਾ ਹੁੰਦਾ, ਤਾਂ ਫਿਰ ਜਿਹੜੇ ਆਈਏਐਸ ਅਫਸਰਾਂ ਦੀ ਜਾਂ ਇਹਨਾਂ ਦੀ ਫੌਜ ਜਿਹੜੀ ਪ੍ਰਸ਼ਾਸਨਿਕ ਅਧਿਕਾਰੀ ਦੀ ਜਿਹੜੀ ਫੌਜ ਇਹਨਾਂ ਮੰਤਰੀਆਂ ਨਾਲ ਰੱਖਣੀ ਹੈ, ਉਹ ਕਾਹਦੇ ਵਾਸਤੇ ਰੱਖੀ ਹੈ? ਉਹ ਕੇਵਲ ਸਫੇਦ ਹਾਥੀ ਨਹੀਂ, ਜੇਕਰ ਉਹਨਾਂ ਨੂੰ ਇਹਨਾਂ ਗੱਲਾਂ ਦਾ ਹੀ ਨਹੀਂ ਪਤਾ। ਸੋ ਬਿਲਕੁਲ ਇਹ ਤੁਹਾਡਾ ਪ੍ਰਸ਼ਨ ਜਿਹੜਾ ਇਹ ਸਰਕਾਰ ਦੀ ਕਾਰਜਕਾਰੀ ਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦਾ ਆ। ਠੀਕ ਹੈ, ਹੁਣ ਵਿਆਹ ਆਪਣੇ ਚਰਨਜੀਤ ਸਿੰਘ ਚੰਨੀ ਹੋਣਾ ਦੇ ਬੇਟੇ ਦਾ ਵਿਆਹ ਹੋ ਗਿਆ, ਹੁਣ ਵਿਆਹ ਲਖੀਮਪੁਰ ਖੀਰੀ ਦਾ ਦਿਖਾਂਤ ਵੀ ਜਿਹੜਾ ਉਹ ਵੀ ਖਤਮ ਹੋ ਗਿਆ। ਹੁਣ ਸਰਕਾਰ ਨੂੰ ਆਪਣੇ ਉਸ ਮੂਡ 'ਚ ਐਕਸ਼ਨ ਮੂਡ 'ਚ ਆ ਕੇ ਪੰਜਾਬ ਦੇ ਉਹਨਾਂ ਲੋਕ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ, ਜਿਹੜੇ ਲੋਕ ਮਸਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਬਲੀ ਦਿੱਤੀ ਗਈ। ਉਹ ਚਰਨਜੀਤ ਸਿੰਘ ਚੰਨੀ ਵਰਗੇ ਨਵੇਂ ਮੁੱਖ ਮੰਤਰੀ ਆਏ ਔਰ ਲੋਕਾਂ ਨੇ ਇਹ ਅਨੁਮਾਨ ਲਾਇਆ ਕਿ ਠੀਕ ਹੈ, ਨਵਾਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵਾਸਤੇ ਕੁਝ ਭਲਾ ਕਰੇਗਾ। ਠੀਕ ਹੈ, ਬਥੇਰਾ ਕੁਝ ਵਾਪਰ ਗਿਆ, 6-7 ਮਹੀਨੇ ਹੁਣ ਹੋ ਚੱਲੇ ਆ ਇਸ ਡਰਾਮੇ ਨੂੰ। ਬਾਕੀ ਟਾਈਮ ਰਹਿ ਕੇ ਨਾ ਗਿਆ, ਟਾਈਮ ਜਿਹੜਾ ਕਰ ਹਾਰਡਲੀ ਇਹ ਮਹੀਨਾ ਨਵੰਬਰ ਦਾ ਆ 20 ਦਿਨ, ਇਹ 50 ਔਰ 60 ਦਿਨ 2 ਮਹੀਨੇ ਦਾ ਜਿਹੜਾ ਸਮਾਂ ਆ ਉਹ ਸਰਕਾਰ ਕੋਲ ਬਚਦਾ ਜੇ ਦਿਨਾਂ ਦੇ ਹਿਸਾਬ ਨਾਲ। ਜੀ 21 ਦਿਨ ਇਹ ਨਵੰਬਰ ਦਾ ਮਹੀਨਾ, 30-51 ਤੇ 10 ਦਸੰਬਰ ਨੂੰ ਮੇਰਾ ਖਿਆਲ ਆ ਕਿ ਕੋਡ ਆਫ ਕੰਡਕਟ ਜਿਹੜਾ ਲੱਗ ਜਾਏਗਾ। ਹਾਰਡਲੀ ਸਰਕਾਰ ਕੋਲ 60 ਦਿਨ ਜਿਹੜੇ ਉਹ ਬਚਦੇ, ਤੇ ਇਹਨਾਂ 60 ਦਿਨਾਂ 'ਚ ਸਰਕਾਰ ਦੀ ਕਾਰਜਕਾਰੀ ਬੜੀ, ਉਹਦੀ ਜ਼ਿੰਮੇਵਾਰੀ ਬੜੀ ਭਾਰੀ। ਹੁਣ ਇੰਨੀ ਗੱਲ ਚੰਨੀ ਹੁਣ ਇੰਨੀ ਕਹਿ ਸਕਦੇ, ਵੇਖੋ ਜੀ ਮੈਨੂੰ ਤਾਂ ਥੋੜਾ ਸਮੇਂ ਦਾ ਸਮਾਂ ਮੈਂ ਤਾਂ ਮੁੱਖ ਮੰਤਰੀ ਹੁਣ ਬਣਿਆ। ਠੀਕ ਹੈ, ਮੁੱਖ ਮੰਤਰੀ ਉਹ ਹੁਣ ਬਣੇ ਨੇ, ਪਰ 4.5 ਸਾਲ ਸਰਕਾਰ ਦੀ ਅਹਿਮ ਇਸ ਮਸ਼ੀਨਰੀ ਦਾ ਅੰਤ ਰਹੇ ਨੇ। ਉਹਨਾਂ ਨੂੰ ਪਤਾ ਕਿ ਮੁੱਦੇ ਹੱਲ ਕਿਵੇਂ ਕਰਦੇ ਆ। ਸੋ ਬਹੁਤ ਡਰਾਮੇਬਾਜ਼ੀ ਹੋ ਗਈ ਹੈ, ਬਹੁਤ ਇੱਕ ਦੂਜੇ ਦੀ ਲੱਤਾਂ ਖਿੱਚਣੀਆਂ। ਹੁਣ ਸਮਾਂ ਹੈ ਲੋਕਾਂ ਦੇ ਕੰਮ ਕਰਨ ਦਾ, ਲੋਕਾਂ ਨੂੰ ਇਹ ਬਲੈਕ ਆਊਟ ਤੋਂ ਬਚਾਉਣ ਦਾ। ਬਿਜਲੀ ਸੰਕਟ ਅਜਿਹਾ ਸੰਕਟ ਹੈਗਾ ਜਿਹਦੇ ਨਾਲ ਪੰਜਾਬ ਦਾ ਹਰ ਬਸ਼ਿੰਦਾ ਜਿਹੜਾ ਜੁੜਿਆ, ਚਾਹੇ ਉਹ ਇੰਡਸਟਰੀਲਿਸਟ ਆ, ਚਾਹੇ ਕਿਸਾਨ ਆ, ਚਾਹੇ ਮਜ਼ਦੂਰ ਆ, ਚਾਹੇ ਦਿਹਾੜੀਦਾਰ, ਚਾਹੇ ਪੱਲੇਦਾਰ ਆ, ਕੋਈ ਵੀ ਵਿਅਕਤੀ ਹੈ,
ਉਹ ਬਿਜਲੀ ਤੋਂ ਅੱਜ ਦੇ ਸੰਦਰਭ 'ਚ ਬਿਜਲੀ ਤੋਂ ਮੁਕਤੀ ਅਸੀਂ ਉਹ ਆਪਣੀ ਕਲਪਨਾ ਹੀ ਨਹੀਂ ਕਰ ਸਕਦੇ ਕਿ ਬੰਦਾ ਬਿਜਲੀ ਤੋਂ ਬਿਨਾਂ ਆਪਣਾ ਗੁਜ਼ਾਰਾ ਕਰ ਸਕਦਾ ਹੋਵੇ। ਸੋ ਇਹ ਜਿਹੜੀਆਂ ਸਥਿਤੀਆਂ ਦੇ ਵਿੱਚ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ ਤੇ ਇਹਦੇ ਉੱਤੇ ਸਾਰਿਆਂ ਦੇ ਘੋਰ ਨਿਗਰਾਨੀ ਆਪਣੀ ਤਿੱਖੀ ਨਜ਼ਰ ਰੱਖਦੀ ਹੋਏ ਨਾ ਪ੍ਰਾਈਵੇਟ ਕੰਪਨੀ ਦੇ ਖਿਲਾਫ ਸਖਤ ਕਾਰਵਾਈ ਕਰੇ। ਜੀ ਬਾਦ ਸਾਹਿਬ। ਤੋ ਅੰਕਿਤ ਸਾਹਿਬ, ਹੋ ਸਕਦਾ ਵੀ ਆਉਣ ਵਾਲੇ ਕੁਝ ਦਿਨਾਂ 'ਚ ਜਿਵੇਂ ਤੁਸੀਂ ਕਹਿ ਰਹੇ ਹੋ ਸਰਕਾਰ ਸਖਤ ਫੈਸਲੇ ਲੈ ਸਕਦੀ ਹੈ, ਕਿਉਂਕਿ ਅੱਜ ਇੱਕ ਅਹਿਮ ਮੀਟਿੰਗ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਵੀ ਹੋਣ ਜਾ ਰਹੀ ਹੈ, ਉਹਦੇ ਵਿੱਚ ਵੀ ਹੋ ਸਕਦਾ ਇਹਨਾਂ ਮੁੱਦਿਆਂ ਉੱਪਰ ਗੱਲਬਾਤ ਹੋਵੇ। ਲੇਕਿਨ ਸਰਕਾਰ ਸਖਤ ਐਕਸ਼ਨ ਲੈਂਦੀ ਹੈ ਜਾਂ ਨਹੀਂ ਲੈਂਦੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਇਹਨਾਂ ਪ੍ਰਾਈਵੇਟ ਫਰਮ ਬਰਾਂਡਾਂ ਦੇ ਖਿਲਾਫ। ਲੇਕਿਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਜੀ ਪੂਰੇ ਐਕਸ਼ਨ ਦੇ ਵਿੱਚ ਨੇ। ਕੱਲ ਵੀ ਉਹਨਾਂ ਦੇ ਵੱਲੋਂ ਵੱਡੇ ਘਰਾਣਿਆਂ ਦੇ ਉੱਪਰ, ਵੱਡੇ ਟਰਾਂਸਪੋਰਟਰਾਂ ਦੇ ਉੱਪਰ ਇੱਕ ਵੱਡੀ ਕਾਰਵਾਈ ਹੋਈ ਹੈ। 25 ਬੱਸਾਂ ਨੂੰ ਜ਼ਬਤ ਕਰ ਲਿਆ ਗਿਆ। ਉਹ ਬੱਸਾਂ ਜੋ ਬਿਨਾਂ ਟੈਕਸ ਤੋਂ ਰੋਡ ਦੇ ਉੱਪਰ ਘੁੰਮ ਰਹੀ ਸੀ, ਸਰਕਾਰ ਨੂੰ ਚੂਨਾ ਲੱਗ ਰਿਹਾ ਸੀ। ਕਿਵੇਂ ਦੇਖ ਰਹੇ ਹੋ ਰਾਜਾ ਵੜਿੰਗ ਜਦੋਂ ਤੋਂ ਮੰਤਰੀ ਬਣਿਆਗਾ ਉਹਦੇ ਵੱਲੋਂ ਵੱਡੇ ਐਕਸ਼ਨ ਲਏ ਜਾ ਰਹੇ ਨੇ, ਕਿਵੇਂ ਦੇਖ ਰਹੇ ਹੋ ਉਹਨਾਂ ਦੇ ਫੈਸਲਿਆਂ ਨੂੰ? ਦੇਖੋ ਰਾਜਾ ਵੜਿੰਗ ਤੇ ਬੜੇ ਵਧੀਆ ਅਹਿਮ ਫੈਸਲੇ ਨੇ। ਤੁਸੀਂ ਆ ਦੇਖੋ ਕਿ ਜਿਹੜੀਆਂ 25 ਬੱਸਾਂ ਬਿਨਾਂ ਕਿਸੇ ਪਰਮਿਟ ਤੋਂ ਸੜਕਾਂ ਤੇ ਘੁੰਮ ਰਹੀਆਂ ਸਨ, ਜਿੱਥੇ ਸਰਕਾਰ ਨੂੰ ਚੂਨਾ ਲਾ ਰਹੇ, ਟੈਕਸ ਦੀ ਚੋਰੀ ਲਾ ਕੇ ਖਾ ਕੇ ਸਰਕਾਰ ਨੂੰ ਚੂਨਾ ਲਾ ਰਹੇ ਸਨ, ਉੱਥੇ ਇਹ ਪ੍ਰਾਈਵੇਟ ਬੱਸਾਂ ਮੌਤ ਦੇ ਰੂਪ 'ਚ ਦੰਦਨ ਹੁੰਦੀਆਂ ਨੇ। ਇਹਨਾਂ ਬੱਸਾਂ ਦੇ ਵਿੱਚ ਜੇ ਕੋਈ ਪ੍ਰਾਈਵੇਟ ਬੰਦਾ ਕੋਈ ਬਹਿ ਨਹੀਂ ਸਕਦਾ, ਜੇ ਕੋਈ ਬਹਿ ਜਾਂਦਾ ਕੋਈ ਗਰੀਬ ਤੇ ਮਾਰ ਕੇ ਚਪੇੜਾਂ ਨੂੰ ਥੱਲੇ ਲਾ ਦੇਣ ਜਿਹੜੇ ਪ੍ਰਾਈਵੇਟ ਬੱਸਾਂ ਦੇ ਜਿਹੜੇ ਬੰਦੇ ਹੁੰਦੇ ਆ। ਔਰ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਕੋਈ ਪਰਵਾਹ ਨਹੀਂ, ਕੋਈ ਕਾਰਵਾਈ ਇਹਨਾਂ ਤੇ ਹੋ ਨਹੀਂ ਸਕਦੀ, ਕਿਉਂਕਿ ਉਹ ਬੱਸ ਜਿਹੜੀ ਸੜਕ ਤੇ ਚੱਲ ਰਹੀ ਹੁੰਦੀ, ਨਾ ਤਾਂ ਉਹਦਾ ਕੋਈ ਟਾਈਮ ਹੁੰਦਾ ਤਾਂ ਨਾ ਹੀ ਕੋਈ ਉਹਦਾ ਪਰਮਿਟ ਹੁੰਦਾ। ਤਾਂ ਫਿਰ ਉਸ ਵਕਤ ਜਿਹੜਾ ਉਹਦੇ ਥੱਲੇ ਐਕਸੀਡੈਂਟ ਹੋ ਜਾਂਦਾ ਉਹ ਵੀ ਧੱਕੇ ਕੰਪਨੀਆਂ 'ਚ ਰੋਕਿਆ ਜਾਂਦਾ ਤੇ ਬੱਸ ਵੀ ਕਾਰਵਾਈ। ਇਹੋ ਜਿਹੇ ਇੰਸੀਡੈਂਟ ਜਿਹੜੇ ਔਰਬਿਟ ਬੱਸ ਦੇ ਸਮੇਂ 'ਚ ਵੀ ਤੁਹਾਨੂੰ ਯਾਦ ਹੋਣਾ, ਪੰਜਾਬ 'ਚ ਇੱਕ ਲੜਕੀ ਹੁੰਦੀ ਸੀ 12 ਦੀ ਬੱਸ ਥੱਲੇ ਆ ਕੇ ਤੇ ਕਿੰਨਾ ਰੌਲਾ ਪਿਆ ਸੀ। ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਹੜੀਆਂ ਕਾਰਵਾਈਆਂ ਸ਼ਲਾਘਾਯੋਗ ਨੇ। ਬਿਲਕੁਲ ਇਹੋ ਜਿਹੀਆਂ ਜ਼ਬਤ ਹੋਣੀਆਂ ਚਾਹੀਦੀਆਂ ਨੇ ਬੱਸਾਂ ਜਿਹੜੀਆਂ ਬਿਨਾਂ ਪਰਮਿਟ ਤੋਂ ਬਿਨਾਂ ਟਾਈਮ ਤੋਂ ਜਿਹੜੀਆਂ ਬੱਸਾਂ ਘੁੰਮਦੀਆਂ। ਪਰ ਤੁਸੀਂ ਇਹ ਹਿਸਾਬ ਲਾਓ ਕਿ ਇਹ ਬੱਸਾਂ ਕਿਹਨਾਂ ਲੋਕਾਂ ਦੀਆਂ ਨੇ? ਇਹ ਆਮ ਖਾਤੇ ਦੀ ਬੱਸ ਹੋ ਹੀ ਨਹੀਂ ਸਕਦੀ। ਇਹ ਵੱਡੇ ਘਰਾਣੇ ਉਹੀ ਘਰਾਣੇ ਨੇ, ਚਾਹੇ ਬਾਦਲਾਂ ਦਾ ਲਾ ਲਓ, ਚਾਹੇ ਉਹੀ ਗੱਲ ਆ ਨਾ। ਦੇਖੋ ਜਿਹੜੀਆਂ ਬੱਸਾਂ ਜਿੰਨੀਆਂ ਵੀ ਫੜੀਆਂ ਗਈਆਂ ਨੇ, ਜਿਹੜੀ ਗੱਲ ਤੇ ਤੁਸੀਂ ਆਉਣ ਲੱਗੇ ਮੈਂ ਉਹੀ ਗੱਲ ਤੇ ਸਵਾਲ ਕਰਨ ਲੱਗਿਆਗਾ। ਇਹ ਐਕਸ਼ਨ ਵੱਡਾ ਸ਼ੁਰੂ ਹੈ ਰਾਜਾ ਵੜਿੰਗ ਦੀ ਗੱਲ ਕਰੀਏ, ਐਕਸ਼ਨ ਉਹਨੇ ਵੱਡੇ ਟਰਾਂਸਪੋਰਟਾਂ ਤੋਂ ਸ਼ੁਰੂ ਕੀਤਾ। ਚਾਹੇ ਉਹ ਰਾਜਧਾਨੀ ਬੱਸ ਦੀ ਗੱਲ ਕਰੀਏ, ਜੁਝਾਰ ਬੱਸ ਦੀ ਗੱਲ ਕਰੀਏ, ਨਿਊ ਦੀ ਬੱਸ ਦੀ ਗੱਲ ਕਰੀਏ, ਜਾਂ ਫਿਰ ਔਰਬਿਟ ਦੀ ਗੱਲ ਕਰੀਏ। ਸੋ ਬਾਦਲ ਨੂੰ ਵੱਡਾ ਸੇਕ ਹੈ ਜੀ। ਅੱਜ ਤੱਕ ਇਹਨਾਂ ਵੱਡੇ ਘਰਾਣਿਆਂ ਵੱਲ, ਇਹਨਾਂ ਵੱਡੇ ਟਰਾਂਸਪੋਰਟ ਵੱਲ ਦੇਖਣ ਦੀ ਕੋਈ ਗੱਲ ਨਹੀਂ ਸੀ। ਕਾਰਵਾਈ ਦੇ ਨਾਮ ਤੇ ਸਿਰਫ ਔਰ ਸਿਰਫ ਹੁਣ ਤੱਕ ਸਰਕਾਰਾਂ ਛੋਟੇ-ਮੋਟੇ ਟਰਾਂਸਪੋਰਟਰਾਂ ਦੀਆਂ ਬੱਸਾਂ ਨੂੰ ਫੜਦੀਆਂ ਰਹੀਆਂ ਨੇ। ਲੇਕਿਨ ਇਹ ਵੱਡੀ ਕਾਰਵਾਈ ਕਿਸ ਤਰ੍ਹਾਂ ਦੇਖ ਰਹੇ ਹੋ? ਕਿੱਡਾ ਕੁ ਦਲੇਰਾਨਾ ਫੈਸਲਾ ਗਾ ਸਰਕਾਰ ਦਾ ਤੇ ਰਾਜਾ ਵੜਿੰਗ ਦਾ? ਔਰ ਦੇਖੋ ਬਹੁਤ ਦਲੇਰਾਨਾ ਫੈਸਲਾ। ਇਸ ਤੋਂ ਵੱਡਾ ਦਲੇਰਾਨਾ ਫੈਸਲਾ ਕੀ ਹੋ ਸਕਦਾ? ਵੱਡੀ ਦੇਖੋ ਦੂਜੇ ਪਾਸੇ ਦੁੱਖ ਦੀ ਗੱਲ ਇਹ ਆ ਕਿ ਇਹਨਾਂ ਕੋਲ ਸਰਕਾਰੀ ਬੱਸਾਂ ਇਹੋ ਜਿਹੜੇ ਲੋਕ ਸਰਕਾਰ ਦੇ ਅਹਿਮ ਮੰਤਰੀ ਨੂੰ, ਜੇਕਰ ਬਾਦਲਾਂ ਦੀ ਔਰਬਿਟ ਬੱਸਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਤਾਂ ਬਾਦਲ ਇਸ ਤੇ ਉਸ ਸਮੇਂ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਇਹ ਨਹੀਂ। ਤੇ ਦੇਖੋ ਉਹਨਾਂ ਦੀ ਨੱਕ ਦੇ ਹੇਠ ਹੀ ਬੱਸਾਂ ਨੇ ਕਿਸ ਤਰੀਕੇ ਨਾਲ ਕਹਿ ਖਵਾਇਆ ਜਾਂ ਕਿਸ ਤਰੀਕੇ ਨਾਲ ਲੁੱਟ ਜਿਹੜੀ ਮਚਾਈ। ਔਰ ਅੱਜ ਵੇਖੋ, ਨਹੀਂ ਤਾਂ ਬਾਦਲ ਜਾਂ ਦਲਜੀਤ ਸਿੰਘ ਚੀਮਾ ਵਗੈਰਾ ਸ਼੍ਰੋਮਣੀ ਅਕਾਲੀ ਦਲ ਦੇ ਮਿੰਟ 'ਚ ਪ੍ਰੈਸ ਕਾਨਫਰੰਸ ਕਰਦੇ ਆ। ਕੋਈ ਪ੍ਰੈਸ ਕਾਨਫਰੰਸ ਨਹੀਂ, ਕੋਈ ਵੈਸਾ ਸੇ ਉਲਟਵਾ ਨਹੀਂ ਕੋਈ ਆਇਆ, ਕੋਈ ਇਸ ਤਰ੍ਹਾਂ ਕੇ ਬਦਲੇ ਦੀ ਕਾਰਵਾਈ ਹੋ ਰਹੀ। ਚਲੋ ਜੇ ਬਦਲੇ ਦੀ ਕਾਰਵਾਈ ਆਣ ਕੇ ਬੋਲੋ ਤਾਂ ਸਹੀ। ਇਸ ਦਾ ਮਤਲਬ ਕਿ ਤਾਰਾਂ ਕਿੱਥੋਂ ਤੱਕ ਜੁੜੀਆਂ ਨੇ। ਮਤਲਬ 10 ਸਾਲ ਸਰਕਾਰ ਨੂੰ, 10 ਸਾਲ ਕਿਉਂ, ਤੁਸੀਂ 15 ਸਾਲ ਹੀ ਲਓ। 10 ਸਾਲ ਬਾਦਲਾਂ ਦੇ ਆਪਣੇ ਤੇ 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਾਲੇ। ਜੇਕਰ ਰਾਜਾ ਵੜਿੰਗ ਨੂੰ ਇਹ ਬੱਸਾਂ ਹੁਣ ਚੇਤੇ ਨਜ਼ਰੀ ਆ ਰਹੀਆਂ ਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਅੰਨੇ ਥੋੜਾ ਸੀ ਜਿਹੜੇ ਉਹਨਾਂ ਨੂੰ ਇਹ ਬੱਸਾਂ ਜਿਹੜੀਆਂ ਸੜਕਾਂ ਤੇ ਚੱਲਦੀਆਂ ਦੰਦ ਰੁਕਦੀਆਂ ਨਜ਼ਰ ਨਹੀਂ ਸੀ ਆਉਂਦੀਆਂ ਜਾਂ ਉਹਨਾਂ ਨੂੰ ਰਿਪੋਰਟ ਹੀ ਨਹੀਂ ਸੀ ਮਿਲਦੀ। ਸੋ ਇਹ ਗੱਲਾਂ ਪੂਰਨ ਤੌਰ ਤੇ ਬਹੁਤ ਕੁਝ ਉਹਨਾਂ ਚੀਜ਼ਾਂ ਤੋਂ ਪਰਦਾ ਚੁੱਕਦੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਕਿਸ ਤਰੀਕੇ ਨਾਲ ਬਾਦਲਾਂ ਨਾਲ ਮਿਲੇ ਹੋਏ ਸਨ। ਜਿੱਥੇ ਉਹਨਾਂ ਨੂੰ ਬੇਅਦਬੀ ਜਾਂ ਦੂਜੇ ਦੋਸ਼ਾਂ ਦਾ ਵਿਚਾਰ ਰਹੇ ਸਨ, ਉੱਥੇ ਉਹਨਾਂ ਦੇ ਜਿਹੜੇ ਇਹ ਉਦਯੋਗ ਨੇ 2 ਨੰਬਰ ਦੇ, ਇਹਨਾਂ ਨੂੰ ਵੀ ਪ੍ਰਫੁੱਲਤ ਕਰਨ ਦੇ ਵਿੱਚ ਜਿਹੜੀ ਉਹ ਅਹਿਮ ਭੂਮਿਕਾ ਜਿਹੜੀ ਉਹ ਨਿਭਾ ਰਹੇ ਸਨ। ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਕਾਰਜਸ਼ੈਲੀ ਤੇ ਪ੍ਰਸ਼ਨ ਚਿੰਨ੍ਹ ਉੱਠਦਾ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਰਾਜਕਾਲ 'ਚ ਪ੍ਰਾਈਵੇਟ ਬੱਸਾਂ ਨੇ ਕਹਿਰ ਕਮਾਇਆ, ਪੈਸੇ ਕਮਾਏ, ਸਰਕਾਰ ਨੂੰ ਚੂਨਾ ਲਾਇਆ, ਟੈਕਸ ਦੀ ਚੋਰੀ ਕੀਤੀ ਔਰ ਆਪਣੀ ਗੁੰਡਾਗਰਦੀ ਕੀਤੀ। ਤਾਂ ਜੇਕਰ ਹੁਣ ਰਾਜਾ ਵੜਿੰਗ ਵਰਗਾ ਬੰਦਾ ਆ ਕੇ ਇਹੋ ਵੱਡੀਆਂ ਬੱਸਾਂ ਨੂੰ ਹੱਥ ਪਾਉਂਦਾ ਤਾਂ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਪਰ ਚਾਹੀਦਾ ਇਹ ਆ, ਇਹਦੇ ਨਾਲ ਹੀ ਨਾਲ ਰੋਡਵੇਜ਼ ਵਿੱਚ ਜਿਹੜਾ ਵਾਪਰਿਆ, ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਜਿਹੜਾ ਧੋਖਾ ਜਿਹੜਾ ਵਾਪਰਿਆ ਜਾਂ ਰੋਡਵੇ ਦੀ ਜਿਹੜੀ ਆਪਣੀ ਜਿਹੜੀ ਛਵੀ ਜਿਹੜੀ ਖਰਾਬ ਹੋ ਰਹੀ ਆ, ਉਹਨੂੰ ਵੀ ਥੋੜ੍ਹਾ ਜਿਹਾ ਠੀਕ ਕੀਤਾ ਜਾਵੇ। ਜਿਹੜੇ ਮਤਲਬ ਰੋਡਵੇ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜਾ ਕਰਪਸ਼ਨ ਜਿਹੜੀ ਉਹ ਫੈਲੀ, ਭ੍ਰਿਸ਼ਟਾਚਾਰ ਜਿਹੜਾ ਫੈਲਿਆ ਹੋਇਆ, ਉਹਨੂੰ ਦੂਰ ਕਰਨ ਵਾਸਤੇ ਵੀ ਰਾਜਾ ਵੜਿੰਗ ਨੂੰ ਅਹਿਮ ਜਿਹੜੇ ਕਦਮ ਚੁੱਕਣੇ ਚਾਹੀਦੇ ਨੇ। ਇਹਦੇ ਵਿੱਚ ਇਹ ਨਹੀਂ ਬਖਸ਼ੇ ਜਾਣੇ ਚਾਹੀਦੇ ਕਿ ਇਹ ਵਿਰੋਧੀ ਦਲਾਂ ਦੀਆਂ ਬੱਸਾਂ ਨੇ, ਇਹ ਵਿਰੋਧੀ ਧਿਰ ਦੇ ਬੰਦਿਆਂ ਦੀ ਬੱਸਾਂ ਨੇ ਤੇ ਇਹਨਾਂ ਨੂੰ ਮੈਂ ਰੱਖਣਾ ਵਾ। ਜੇਕਰ ਇਹਦੇ ਵਿੱਚ ਕਿਸੇ ਕਾਂਗਰਸੀ ਮੰਤਰੀ ਜਾਂ ਵਿਧਾਇਕ ਦੀ ਬੱਸਾਂ ਆਉਂਦੀਆਂ ਤਾਂ ਉਹਨਾਂ ਦੇ ਖਿਲਾਫ ਹੀ ਉਹੀ ਕਾਰਵਾਈ ਹੋਣੀ ਚਾਹੀਦੀ ਜਿਹੜੀ ਔਰਬਿਟ ਜਾਂ ਦੂਜੀਆਂ ਬੱਸਾਂ ਦੇ ਖਿਲਾਫ ਹੋਣੀ ਚਾਹੀਦੀ ਹੈ। ਤਾਂ ਲੋਕਾਂ ਨੂੰ ਇਹ ਠੀਕ ਜ਼ਿਆਦਾ ਲੱਗੇਗਾ। ਕਿਉਂਕਿ ਇੱਕ ਦਿਨ ਬਿਆਨ ਆ ਰਿਹਾ ਸੀ
ਕਿ ਲੱਭੇ ਰਾਜਾ ਵੜਿੰਗ ਸੀ ਜੇ ਜ਼ਰੂਰਤ ਹੈਗੀ ਤਾਂ ਬਾਬਾ ਹੈਨਰੀ ਜਾਂ ਜਿਹੜੀ ਕਰਤਾਰ ਬੱਸ ਸਰਵਿਸ ਆ ਜਾਂ ਪਿਆਰ ਬੱਸ ਸਰਵਿਸ ਉਹਦੇ ਖਿਲਾਫ ਕਾਰਵਾਈ ਕਰੇ। ਬਿਲਕੁਲ ਉਹਨਾਂ ਦੇ ਖਿਲਾਫ ਹੀ ਹੋਣੀ ਚਾਹੀਦੀ ਹੈ। ਕੋਈ ਵੀ ਬੱਸ ਜਿਹੜੀ 2 ਨੰਬਰ ਦੀ ਬੱਸ ਸਵਾਰੀਆਂ ਨੂੰ ਪੱਟ ਕੇ ਮੌਤ ਦੇ ਰੂਪ 'ਚ ਸੜਕਾਂ ਤੇ ਦੰਦਨ ਹੁੰਦੀ ਆ, ਉਹਨੂੰ ਰੋਕਣ ਵਾਸਤੇ ਰਾਜਾ ਵੜਿੰਗ ਦੀ ਜਿੱਥੇ ਦੂਜੀਆਂ ਬੱਸਾਂ ਤੇ ਹੱਥ ਪਾ ਰਿਹਾ ਉੱਥੇ ਆਪ ਕਾਂਗਰਸ ਪਾਰਟੀ ਦੇ ਮੰਤਰੀ, ਆਮ ਆਦਮੀ ਪਾਰਟੀ, ਹਰ ਬੰਦੇ ਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ ਜਿਹੜਾ ਸਰਕਾਰ ਨੂੰ ਚੂਨਾ ਲਾਉਂਦਾ। ਬਾਕੀ ਜਿਹੜੀ ਰਾਜਾ ਵੜਿੰਗ ਦੀ ਇਹ ਐਕਟੀਵਿਟੀ ਜਾਂ ਗਤੀਵਿਧੀਆਂ ਨੇ ਇਸ ਦੀ ਸ਼ਲਾਘਾ ਕਰਨੀ ਬਣਦੀ, ਕਿਉਂਕਿ ਜਿਸ ਦਿਨ ਦਾ ਰਾਜਾ ਵੜਿੰਗ ਹੁਣੀ ਮੰਤਰੀ ਦੇ ਰੂਪ 'ਚ ਆਏ ਨੇ ਉਸੇ ਦਿਨ ਤੋਂ ਐਕਸ਼ਨ ਮੂਡ 'ਚ ਉਹ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਐਕਸ਼ਨ ਮੂਡ ਦੇ ਹੀ ਕਾਰਨ ਔਰਬਿਟ, ਜੁਝਾਰ, ਦੀਪ ਢਿੱਲੋਂ ਜਿਹੜੀਆਂ ਬੱਸਾਂ ਨੇ ਇਹ ਫੜੀਆਂ ਜਾ ਰਹੀਆਂ ਨੇ। ਔਰ ਬੱਸਾਂ ਉਹੀ ਫੜੀਆਂ ਜਾ ਰਹੀਆਂ ਜਿਹੜੀਆਂ ਵੱਡੇ ਪੱਧਰ ਤੇ 2 ਨੰਬਰ 'ਚ ਚੱਲਦੀਆਂ ਰਹੀਆਂ, ਜਿਨ੍ਹਾਂ ਦੇ ਕਰਪਸ਼ਨ ਕੋਈ ਟੈਕਸ ਨਹੀਂ ਆ, ਕੋਈ ਟਾਈਮ ਨਹੀਂ ਆ। ਔਰ ਵੱਡੀ ਗੱਲ ਹੈ ਕਿ 1 ਨੰਬਰ ਦੀਆਂ 4-4 ਬੱਸਾਂ ਵੀ ਚੱਲਦੀਆਂ ਰਹੀਆਂ। ਸੋਸ਼ਲ ਮੀਡੀਆ ਤੇ ਕੁਝ ਬੱਸਾਂ ਸਾਨੂੰ ਇਸ ਤਰ੍ਹਾਂ ਦੇ ਰੂਪ ਜਿਹੜੇ ਵੇਖਣ ਨੂੰ ਮਿਲਦੇ ਪਏ ਨੇ। ਸੋ ਤੁਸੀਂ ਵੇਖੋ ਕਿ ਇਹ ਤੰਦ ਨਹੀਂ ਤਾਣਾ ਹੀ ਵਿਗੜਿਆ। ਜੇਕਰ ਬਾਦਲਾਂ ਦੀਆਂ ਬੱਸਾਂ ਚੱਲਦੀਆਂ ਨੇ ਤਾਂ ਦੂਜੇ ਪਾਸੇ ਉਹਨਾਂ ਦੇ ਵਿਧਾਇਕਾਂ ਦੀਆਂ, ਉਹਨਾਂ ਦੇ ਹਰਮਨ ਪਿਆਰੇ ਬੰਦਿਆਂ ਨੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਇੱਕ ਬਾਬਾ ਬੁੱਢਾ ਬੱਸ ਚੱਲਦੀ ਹੈ ਜਿਹੜੀ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦੀ ਟਰਾਂਸਪੋਰਟ ਕਹੀ ਜਾਂਦੀ ਹੈ। ਅੱਛਾ, ਉਹਦੇ ਵਿਰੁੱਧ ਵੀ ਕਾਰਵਾਈ ਹੋਈ ਪਿੱਛੇ ਜੇ ਇੱਕ ਬੱਸ ਉਹਦਾ ਤੇ ਵੀ ਫੜੀ ਗਈ ਬਹੁਤ। ਔਰ ਜਦੋਂ ਬਾਦਲਾਂ ਦਾ ਟਾਈਮ ਸੀ ਤੇ ਇਹਨਾਂ ਬੱਸਾਂ ਨੂੰ ਸਪੈਸ਼ਲ ਤੌਰ ਤੇ ਭਰਾਉਣ ਵਾਸਤੇ GM ਦੀ ਡਿਊਟੀ ਲਾਈ ਜਾਂਦੀ ਸੀ। GM ਆਪ ਆਣ ਕੇ ਬੱਸਾਂ ਭਰਾ ਕੇ ਇਹਨਾਂ ਬੱਸਾਂ ਨੂੰ ਤੋੜਦਾ ਤੇ ਰੋਡਵੇ ਦੀਆਂ ਬੱਸਾਂ ਪਛਾਣ ਕਰ ਦਿੱਤੀਆਂ ਜਾਂਦੀਆਂ। ਤਾਂ ਰੋਡਵੇ ਦੇ ਜਿਹੜੇ ਡਰਾਈਵਰ ਕੰਡਕਟਰ ਸੀ ਆਪਣਾ ਟਾਈਮ ਜਿਹੜਾ 100 200 ਰੁਪਏ ਦੇ ਵਿੱਚ ਇਹਨਾਂ ਮਾਲਕਾਂ ਨੂੰ ਵੇਚ ਦਿੰਦੇ ਰਹੇ, ਅੱਜ ਵੀ ਵੇਚਦੇ ਨੇ। ਸੋ ਰਾਜਾ ਵੜਿੰਗ ਨੂੰ ਅਜਿਹੀਆਂ ਸਥਿਤੀਆਂ ਰੋਡਵੇ ਵਿੱਚ ਵੀ ਜਿਹੜਾ ਫੈਲਿਆ ਕਰਪਸ਼ਨ ਆ ਉਹਨੂੰ ਵੀ ਦੂਰ ਕਰਨਾ ਚਾਹੀਦੀ, ਫੈਲੀ ਕਰਪਸ਼ਨ ਨੂੰ ਦੂਰ, ਭ੍ਰਿਸ਼ਟਾਚਾਰ ਉਹਦੇ ਤੇ ਵੀ ਨੱਥ ਪਾਉਣੀ ਚਾਹੀਦੀ ਆ, ਤਾਂ ਹੀ ਮਤਲਬ ਰੋਡਵੇ ਦਾ ਜਿਹੜਾ ਸੁਧਾਰ ਹੋ ਸਕਦਾ। ਬਾਕੀ ਰਾਜਾ ਵੜਿੰਗ ਦੇ ਇਹ ਕਦਮ ਜਿਹੜੇ ਨੇ ਸ਼ਲਾਘਾ ਦੇ ਪਾਤਰ ਜੀ। ਸੋ ਅੰਕਿ ਸਰ, ਹੁਣ ਆਪਾਂ ਗੱਲ ਕਰੀਏ CWC ਦੀ, ਜੋ ਕਿ ਬਹੁਤ ਵੱਡੀ ਮੀਟਿੰਗ ਕਾਂਗਰਸ ਵਰਕਿੰਗ ਕਮੇਟੀ ਦੀ 16 ਅਕਤੂਬਰ ਨੂੰ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਵੀ ਪ੍ਰਧਾਨ ਦੀ ਵੀ ਹੋ ਸਕਦਾ ਚੋਣ ਹੋ ਜਾਵੇ, ਕਿਉਂਕਿ 2019 ਤੋਂ ਕਾਰਜਕਾਰਨੀ ਪ੍ਰਧਾਨ ਨੇਗੇ ਮੈਡਮ ਸੋਨੀਆ ਗਾਂਧੀ। ਸੋ ਕਾਫੀ ਟਾਈਮ ਤੋਂ ਮੰਗ ਉੱਠਦੀ ਆ ਰਹੀ ਹੈ ਵੀ ਜੋ ਇੱਕ ਪ੍ਰੋਪਰ ਰੈਗੂਲਰ ਪ੍ਰਧਾਨ ਹੋਣਾ ਚਾਹੀਦਾ ਕਾਂਗਰਸ ਦਾ। ਤੇ ਨਾਲ G23 ਦੀ ਜੋ ਮੀਟਿੰਗ ਹੋਈ ਸੀ ਪਿੱਛੇ ਜੇ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ। ਤੇ ਦੂਸਰਾ ਮੁੱਦਾ ਚੁੱਕਿਆ ਗਿਆ ਸੀ ਗਾਂਧੀ ਪਰਿਵਾਰ ਤੋਂ ਕਾਂਗਰਸ ਦੀ ਮੁਕਤੀ ਦਾ, ਕਿਉਂਕਿ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਕਾਂਗਰਸ ਸਿਰਫ ਔਰ ਸਿਰਫ ਗਾਂਧੀ ਪਰਿਵਾਰ ਦੇ ਆਲੇ ਦੁਆਲੇ ਹੀ ਘੁੰਮਦੀ ਆ ਰਹੀ ਹੈ। ਗਾਂਧੀ ਪਰਿਵਾਰ ਚੋਂ ਹੀ ਪ੍ਰਧਾਨ ਮੰਤਰੀ ਤਕਰੀਬਨ ਬਣਦੇ ਆ ਰਹੇ ਨੇ, ਜਾਂ ਪ੍ਰਧਾਨਗੀ ਤਾਂ ਗਾਂਧੀ ਪਰਿਵਾਰ ਦੇ ਕੋਲ ਰਹੀ ਹੈ। ਤੁਸੀਂ ਕਿਵੇਂ ਦੇਖ ਰਹੇ ਹੋ? ਜਿਸ ਤਰ੍ਹਾਂ G23 ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਗਾਂਧੀ ਪਰਿਵਾਰ ਦਾ ਕਾਫੀ ਵਿਰੋਧ ਦੇਖਣ ਨੂੰ ਮਿਲਿਆਗਾ ਤੇ ਅੰਦਰ ਵੀ ਬਾਗੀ ਸੁਰਾਂ ਕਾਂਗਰਸ 'ਚ ਉੱਠਣ ਲੱਗੇ ਨੇ ਵੀ ਇੱਕ ਤਾਂ ਰੈਗੂਲਰ ਪ੍ਰਧਾਨ ਮਿਲੇ ਕਾਂਗਰਸ ਨੂੰ, ਤੇ ਦੂਸਰਾ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਹੈ ਵੀ ਗਾਂਧੀ ਪਰਿਵਾਰ ਤੋਂ ਮੁਕਤੀ ਦਿੱਤੀ ਜਾਵੇ। ਕੀ ਲੱਗ ਰਿਹਾ 16 ਤਰੀਕ ਨੂੰ ਹੋਣ ਵਾਲੀ ਜੋ ਅਹਿਮ ਮੀਟਿੰਗ ਉਹਦੇ ਵਿੱਚ ਗਾਂਧੀ ਪਰਿਵਾਰ ਨੂੰ ਲਾਂਭੇ ਕਰਕੇ ਕਿਸੇ ਹੋਰ ਨੂੰ ਪ੍ਰਧਾਨ ਲਗਾਇਆ ਜਾ ਸਕਦਾ? ਦੇਖੋ, ਜੋ ਮੀਟਿੰਗ CWC ਦੀ 16 ਅਕਤੂਬਰ ਤੋਂ ਮੀਟਿੰਗ ਹੋ ਰਹੀ ਹੈ, ਇਹ ਮੀਟਿੰਗ ਜਿਹੜੀ G23 ਦੇ ਜਿਹੜੇ ਚੋਟੀ ਦੇ ਨੇਤਾ ਨੇ ਜਾਂ ਮੈਂਬਰ ਨੇ ਉਹਨਾਂ ਵੱਲੋਂ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਸੀ ਉਹਦੇ ਕਰਕੇ ਹੀ ਇਹ ਮੀਟਿੰਗ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈ। ਬਾਕੀ ਹਾਂ, ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਜੋ ਟਵੀਟ ਆਇਆ ਸੀ ਉਹਦੇ 'ਚ ਕਿਹਾ ਕਿ ਜਿਹੜੀ ਅੰਦਰੂਨੀ ਜਿਹੜੇ 5 ਰਾਜਾਂ ਦੇ ਵਿੱਚੋਂ ਉਹਨਾਂ ਵਿੱਚ ਹੋਣ ਵਾਲੀਆਂ ਚੋਣਾਂ, ਜਥੇਬੰਦਕ ਢਾਂਚਾ ਜਾਂ ਹੋਰ ਇਹੋ ਜਿਹੇ ਕੁਝ ਮੁੱਦੇ ਨੇ ਜਿਹੜੇ ਉਹਨਾਂ ਨੂੰ ਵਿਚਾਰਨ ਤੇ ਗੱਲ ਕੀਤੀ ਜਾਊਗੀ ਇਸ ਮੀਟਿੰਗ 'ਚ। ਪਰ ਅਸਲ ਦੇ ਵਿੱਚ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਇਸ ਮੀਟਿੰਗ ਦੇ ਵਿੱਚ ਪ੍ਰਧਾਨਗੀ ਪਦ ਨੂੰ ਲੈ ਕੇ ਜਿਹੜੀ ਗੱਲ ਹੋਵੇਗੀ, ਕਿਉਂਕਿ ਹੁਣ ਤੱਕ ਅੱਜ ਤੱਕ ਵੇਖਿਆ ਜਾਵੇ ਕਿ ਗਾਂਧੀ ਪਰਿਵਾਰ ਨੂੰ ਤੁਸੀਂ ਕਾਂਗਰਸ ਦੇ ਵਿੱਚੋਂ ਮੁਨਫੀ ਨਹੀਂ ਕਰ ਸਕਦੇ। ਇੱਕ ਅੱਧੀ ਵਾਰੀ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਹਾਲਤ ਸੀ ਕੁਝ ਹੋਰ ਤਰ੍ਹਾਂ ਦੀ, ਜਿਹੜੀ PV ਨਰਸਿਮਹਾ ਰਾਓ ਦੀ ਸਰਕਾਰ ਸੀ ਤਾਂ ਉਸ ਵੇਲੇ ਗਾਂਧੀ ਪਰਿਵਾਰ ਬਿਲਕੁਲ ਖੁੱਡੇ ਨਾਲ ਲੱਗ ਗਿਆ ਸੀ। ਸੋਨੀਆ ਗਾਂਧੀ ਨੇ ਉਦੋਂ ਨਵੇਂ ਨਵੇਂ ਆਏ ਸੀ ਮਤਲਬ ਰਾਜਨੀਤੀ ਦੇ ਵਿੱਚ। ਤਾਂ ਪਰ ਹੁਣ ਉਸ ਤੋਂ ਮਗਰੋਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦੀ ਹੁਣ ਵੀ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਮਜ਼ਬੂਤ ਬਣੀ ਹੈ। ਅੱਜ ਦੀ ਸਥਿਤੀ ਅਗਰ ਤੁਸੀਂ ਮਾਨ ਸਾਹਿਬ ਦੇਖੋ ਤਾਂ ਕਾਂਗਰਸ ਪਾਰਟੀ ਦੇ ਵਿੱਚ 2 ਤਰ੍ਹਾਂ ਦੇ ਧੜੇ ਨੇ। ਇੱਕ ਧੜੇ ਨੇ ਉਹ ਜਿਹਨੂੰ ਅਸੀਂ ਕਹਿ ਸਕਦੇ ਬਜ਼ੁਰਗਾਂ ਜਿਹੜੇ 60-70 ਤੋਂ ਪਾਰ ਹੋ ਚੁੱਕੇ ਨੇ, ਇੱਕ ਨੌਜਵਾਨੀ ਧੜਾ ਜਿਹੜਾ ਰਾਹੁਲ ਗਾਂਧੀ ਦੀ ਪ੍ਰਤੀਨਿਧਤਾ ਜਾਂ ਅਗਵਾਈ ਦੇ ਵਿੱਚ ਚੱਲ ਰਿਹਾ। ਤਾਂ ਇਸ ਵੇਲੇ ਅਗਰ ਸਥਿਤੀ ਵੇਖੀਏ ਤਾਂ ਜਿਹੜਾ ਰਾਹੁਲ ਗਾਂਧੀ ਦਾ ਧੜਾ ਆ ਉਹ ਕਾਂਗਰਸ ਨੂੰ ਡੋਮੀਨੇਟ ਕਰਦਾ ਪਿਆ, ਜਿਸ ਕਰਕੇ ਇਹ 23 ਦੇ ਮੈਂਬਰ ਜਿਹੜੇ G23 ਵਾਲੇ ਮੈਂਬਰ ਨੇ ਆਪਣੇ ਆਪ ਨੂੰ ਅਣਗੌਲੇ ਮਹਿਸੂਸ ਕਰ ਰਹੇ ਆ, ਕਿਉਂਕਿ ਇਹਨਾਂ ਦੀ ਪੁੱਛ ਪੜਤਾਲ ਨਹੀਂ ਰਹੀ। ਹੁਣ ਵਾਕਈ ਸਮਾਂ ਜਿਹੜਾ ਨਾ ਉਹ ਬਦਲ ਗਿਆ। ਹੁਣ ਜਿਹੜੀ ਕਾਂਗਰਸ ਆ ਉਹ ਕਪਲ ਸਿੱਬਲ ਜਾਂ ਦੂਜੇ ਇਹਨਾਂ ਗੁਲਾਮ ਨਬੀ ਆਜ਼ਾਦ, ਉਹ ਬੰਦੇ ਜਿਹੜੇ 70-80 ਸਾਲ ਹੰਢਾ ਚੁੱਕੇ ਨੇ ਜਾਂ ਹੰਢਾ ਰਹੇ ਨੇ, ਅਜੇ ਵੀ ਉਹ ਆਪਣੇ ਤਰੀਕੇ ਨਾਲ ਅਸ਼ੋਕ ਗਹਿਲੋਤ ਜਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਜਿਹੜੇ ਕਾਂਗਰਸ ਨੂੰ ਚਲਾਉਣਾ ਚਾਹੁੰਦੇ ਆ। ਤੇ ਇਹਨਾਂ ਵੈਸੇ ਇੱਕ ਗੱਲ ਕੀਤੀ ਜਾਏ ਕਿ ਜੇਕਰ ਇਹਨਾਂ ਬੰਦਿਆਂ ਦੇ ਆਧਾਰ ਤੇ ਤੁਸੀਂ ਭਾਰਤ ਦੀ ਪ੍ਰਮੁੱਖ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨਾ ਚਾਹੋ ਤਾਂ ਨਹੀਂ ਕਰ ਸਕਦੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਲੀਡਰਸ਼ਿਪ ਮਿੰਟਾਂ ਸਕਿੰਟਾਂ 'ਚ ਚੇਂਜ ਹੁੰਦੀ ਔਰ ਉਹਨਾਂ ਨੇ ਇੱਕ ਕਾਡਰ ਬਕਾਇਦਾ ਤੌਰ ਤੇ ਤਿਆਰ ਕੀਤਾ ਜਿਹੜਾ ਕਾਂਗਰਸ ਪਾਰਟੀ ਕੋਲ ਨਹੀਂ ਆਇਆ। ਇਹ ਪਿਛਲੇ
ਮਤਲਬ 50 ਸਾਲਾਂ ਤੋਂ 40 ਸਾਲਾਂ ਤੱਕ ਇਹੋ ਵਿਅਕਤੀ ਚੱਲਦੇ ਆ ਰਹੇ ਆ। ਤਾਂ ਰਾਹੁਲ ਗਾਂਧੀ ਨੇ ਠੀਕ ਆ ਆਪਣੇ ਪੱਧਰ ਤੇ ਚੇਂਜ ਕੀਤੀ ਹੈ ਜਾਂ ਚੇਂਜ ਕਰਵਾ ਰਿਹਾ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰੈਫਰ ਕੀਤਾ, ਦੂਸਰੇ ਪਾਸੇ ਰਾਜਸਥਾਨ ਸਚਿਨ ਪਾਇਲਟ ਆਇਆ, ਦੂਸਰੇ ਪਾਸੇ ਆਪਣੇ ਹਰਿਆਣਾ 'ਚ ਵੀ ਕੁਝ ਇਸੇ ਤਰ੍ਹਾਂ ਦੀ ਜਿਹੜੀ ਕੁਮਾਰੀ ਸ਼ੈਲਜਾ ਜਾਂ ਇਹੋ ਜਿਹੜੀਆਂ ਸਥਿਤੀਆਂ ਸਾਨੂੰ ਵੇਖਣ ਨੂੰ ਜਿਹੜੀਆਂ ਮਿਲਦੀਆਂ ਨੇ। ਹੁਣ ਸਥਿਤੀ ਜਿਹੜੀ ਹੈ CWC ਦੀ ਮੀਟਿੰਗ ਨੇ ਉਹਨਾਂ ਨੇ ਇਹੋ ਕਹੀ ਸਾਨੂੰ ਪਤਾ ਹੀ ਨਹੀਂ ਲੱਗਦਾ ਪ੍ਰਧਾਨ ਕੌਣ ਹੈ, ਇਹ ਫੈਸਲੇ ਕੌਣ ਲੈਂਦਾ, ਤੇ ਅਸੀਂ ਇਹੋ ਜਿਹੀ ਸਥਿਤੀ ਦੇ ਵਿੱਚ ਕਾਂਗਰਸ ਪਾਰਟੀ 'ਚ ਕਿਵੇਂ ਚੱਲ ਸਕਦੇ ਹਾਂ। ਬਿਲਕੁਲ ਕੁਦਰਤੀ ਤੌਰ 'ਤੇ ਇਸ ਮੀਟਿੰਗ 'ਚ ਪ੍ਰਧਾਨ ਨੂੰ ਬਦਲਣ ਦੀ ਪ੍ਰਧਾਨ ਦੀ ਚੋਣ ਵਾਸਤੇ ਮੰਗ ਕੀਤੀ ਜਾ ਸਕਦੀ ਹੈ। ਇਹ ਵੀ ਗੱਲ ਹੋ ਸਕਦੀ ਕਿ ਪ੍ਰਧਾਨ ਜਿਹੜਾ ਨਵਾਂ ਬਣਾਇਆ ਜਾਵੇ, ਕਾਰਜਕਾਰੀ ਪ੍ਰਧਾਨ ਜਿਹੜਾ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਉਸ ਨੂੰ ਸਾਈਡਲਾਈਨ ਕਰਕੇ ਚੋਣ ਕੀਤੀ ਜਾ ਸਕਦੀ। ਬਹੁਤ ਕੁਝ ਇਹੋ ਜਿਹੀਆਂ ਮੰਗਾਂ ਜਿਹੜੀਆਂ ਉੱਠ ਸਕਦੀਆਂ ਨੇ। ਪਰ ਜੇਕਰ ਤੁਸੀਂ ਇਹਦੇ ਬਾਵਜੂਦ ਇਹ ਗੱਲ ਕਹੋ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਤੁਸੀਂ ਗਾਂਧੀ ਪਰਿਵਾਰ ਨੂੰ ਮਨਫੀ ਕਰ ਦੋਗੇ, ਤੇ ਇਹ ਗੱਲ ਮੰਨੀ ਨਹੀਂ ਜਾ ਸਕਦੀ। ਬੜੀ ਵਾਰੀ ਇਦਾਂ ਦੇ ਪ੍ਰਯੋਗ ਹੋਏ ਨੇ। ਗਾਂਧੀ ਪਰਿਵਾਰ ਦੀਆਂ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਡੂੰਘੀਆਂ ਨੇ। ਹਾਂ, ਇਹ ਗੱਲ ਹੋ ਸਕਦੀ ਹੈ ਕਿ ਸੋਨੀਆ ਗਾਂਧੀ ਹੁਣੇ ਵੀ ਸਾਈਡਲਾਈਨ ਹੋ ਜਾਣ ਔਰ ਸਮੁੱਚੀ ਕਮਾਨ ਜਿਹੜੀ ਆ ਰਾਹੁਲ ਗਾਂਧੀ ਦੇ ਹੱਥ ਵਿੱਚ ਆ ਜਾਏ, ਕਿਉਂਕਿ ਕਾਂਗਰਸ ਪਾਰਟੀ ਕੋਲ ਅੱਜ ਦੀ ਤਰੀਕ 'ਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਵਜੋਤ ਸਿੱਧੂ ਤੋਂ ਬਿਨਾਂ ਕਾਂਗਰਸ ਪਾਰਟੀ ਕੋਲ ਕੋਈ ਚਿਹਰਾ ਨਹੀਂ ਹੈ। ਤੇ ਜੇਕਰ ਨੈਸ਼ਨਲ ਪੱਧਰ ਤੇ ਜਾਂ ਕੌਮਾਂਤਰੀ ਪੱਧਰ ਤੇ ਤੁਸੀਂ ਗੱਲ ਕਰਦੇ ਜੇ ਤਾਂ ਰਾਹੁਲ ਗਾਂਧੀ ਤੋਂ ਬਿਨਾਂ ਕਾਂਗਰਸ ਪਾਰਟੀ ਦੇ ਵਿੱਚ ਕੋਈ ਵੀ ਜਿਹੜਾ ਚਿਹਰਾ ਨਜ਼ਰ ਨਹੀਂ ਆਉਂਦਾ ਜਿਹੜਾ ਸਮੁੱਚੀ ਇਹ ਕਾਂਗਰਸ ਪਾਰਟੀ ਨੂੰ ਅਗਵਾਈ ਦੇ ਸਕਦਾ ਹੋਵੇ ਜਾਂ ਉਸ ਦੀਆਂ ਸਥਿਤੀਆਂ ਨੂੰ ਅਨੁਮਾਨ ਦੇ ਸਕਦਾ ਹੋਵੇ। ਤਾਂ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਤੁਸੀਂ ਜਿਹੜਾ ਅਨੁਮਾਨ ਜਿਹੜਾ ਆਪਾਂ ਲਾਉਂਦੇ ਹਾਂ, ਠੀਕ ਆ, CWC ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਜਿਹੜਾ ਉੱਠ ਸਕਦਾ ਕਿ ਪ੍ਰਧਾਨ ਦੀ ਚੋਣ ਜਿਹੜੀ ਉਹ ਹੋਵੇ, ਪ੍ਰਧਾਨ ਦੀ ਚੋਣ ਹੋਵੇ, ਪਰ ਇੰਨੀ ਜਲਦੀ ਕਿ ਉਸੇ ਮੀਟਿੰਗ ਦੇ ਵਿੱਚ ਹੀ ਉਸ ਨੂੰ ਬਦਲ ਦਿੱਤਾ ਜਾਵੇ, ਇਹ ਕੋਈ ਕਾਰਵਾਈ ਸੰਭਵ ਜਿਹੜੀ ਆ ਉਹਨਾਂ ਦੀ ਨਜ਼ਰ ਨਹੀਂ ਆਉਂਦੀ। ਮੰਗ ਬੜੇ ਚਿਰ ਦੀ ਉੱਠਦੀ ਪਈ ਹੈ। ਗਾਂਧੀ ਪਰਿਵਾਰ ਨੂੰ ਬੜੇ ਲੋਕ ਲੰਮੇ ਸਮੇਂ ਤੋਂ ਖੁੱਡੇ ਲੈਣ ਲਾਉਣ ਦੀ ਤਿਆਰੀ ਜਿਹੜੀ ਉਹ ਕਰਦੇ ਪਏ ਨੇ, ਪਰ ਅਜਿਹੀਆਂ ਸਥਿਤੀਆਂ ਇੱਕ ਅੱਧੀ ਮੀਟਿੰਗ ਦੇ ਵਿੱਚ ਹੋ ਜਾਵੇ ਇਹ ਲੱਗਦਾ ਨਹੀਂ। ਮੰਗ ਜਿਹੜੀ ਆ ਜ਼ਰੂਰ ਚੋਣ ਦੀ ਪ੍ਰਵਿਰਤੀ ਹੋ ਸਕਦੀ ਕਿ ਇਹ ਡਿਮਾਂਡ ਹੋਵੇ। ਬਾਕੀ ਜਿਹੜਾ ਆਉਣ ਵਾਲਾ ਸਮਾਂ ਦੱਸਿਆ। ਜੀ ਮਾਨ ਸਾਹਿਬ। ਅਣਖੀ ਸਾਹਿਬ, ਤੁਸੀਂ ਇਹਨਾਂ ਅਹਿਮ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਤੁਹਾਡੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜੋ ਕਿ ਅੱਜ ਦੇ ਇਹਨਾਂ ਅਹਿਮ ਮੁੱਦਿਆਂ ਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਵਿਸਥਾਰ ਨਾਲ ਇਹਨਾਂ ਸਾਰੇ ਖਬਰਾਂ ਦੇ ਉੱਪਰ ਚਰਚਾ ਕੀਤੀ ਹੈ। ਸਾਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਅਣਖੀ ਸਾਹਿਬ ਦੁਆਰਾ ਕੀਤੀ ਹੋਈ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅਗਲੇ ਇੱਕ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਸ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।